ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਨਮਸਤੇ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਪੰਜਾਬੀ ਲਰਨਿੰਗ ਦੀ ਕੜੀ ਵਿੱਚ ਅਸੀਂ ਅੱਜ ਜੋ ਅਗਲਾ ਪਾਠ ਕਰਨ ਜਾ ਰਹੇ ਹਾਂ, ਕਲਾਸ 10th ਦੀ ਕਵਿਤਾ ਹੈ ਮਿਜਮਾਨੀ, ਜਿਸ ਨੂੰ ਕਿ ਲਿਖਿਆ ਹੈ ਸ਼ਾਹ ਹੁਸੈਨ ਨੇ। ਮਿਜਮਾਨੀ ਕੀ ਹੁੰਦੀ ਹੈ? ਮਿਜਮਾਨੀ ਦਾ ਅਰਥ ਹੁੰਦਾ ਹੈ ਪ੍ਰਾਹੁਣਾਚਾਰੀ ਜਾਂ ਖਾਤਰਦਾਰੀ। ਜਿਵੇਂ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ, ਤੁਸੀਂ ਉਸ ਤਰ੍ਹਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਚਾਹ ਪਾਣੀ ਪਿਆਉਂਦੇ ਹੋ, ਖਵਾਉਂਦੇ ਪਿਲਾਉਂਦੇ, ਉਹਨਾਂ ਦੀ ਕਿੰਨੀ ਸੇਵਾ ਕਰਦੇ, ਉਹਨੂੰ ਮਹਿਮਾਨ ਨਿਵਾਜ਼ੀ ਕਹਿੰਦੇ ਨੇ। ਇਸੇ ਤਰ੍ਹਾਂ ਇਹਨੂੰ ਪੰਜਾਬੀ 'ਚ ਅਸੀਂ ਪ੍ਰਾਹੁਣਾਚਾਰੀ ਕਹਿੰਦੇ ਹਾਂ ਜਾਂ ਖਾਤਰਦਾਰੀ ਕਹਿੰਦੇ ਹਾਂ। ਇਸ ਕਵਿਤਾ ਵਿੱਚ ਜੋ ਕਵੀ ਨੇ ਗੱਲ ਕੀਤੀ ਹੈ, ਜੀਵ ਆਤਮਾ ਅਤੇ ਪ੍ਰਭੂ ਦੀ ਕੀਤੀ ਹੈ। ਜੀਵ ਆਤਮਾ ਯਾਨੀ ਕਿ ਅਸੀਂ ਇਨਸਾਨ, ਜਿਵੇਂ ਸਾਡੀ ਆਤਮਾ ਹੈ, ਅਸੀਂ ਇਨਸਾਨ ਹੈ। ਅਤੇ ਜਿਸ ਇਨਸਾਨ ਦਾ ਬਹੁਤ ਪਿਆਰ ਲੱਗਾ ਹੁੰਦਾ ਹੈ ਪਰਮਾਤਮਾ ਵਿੱਚ, ਉਹ ਅਗਰ ਉਸਨੂੰ ਪਰਮਾਤਮਾ ਨਹੀਂ ਮਿਲਦਾ, ਜਾਂ ਜਿਸ ਇਨਸਾਨ ਨੂੰ ਕਿਸੇ ਵੀ ਚੀਜ਼ 'ਚ ਸਾਡਾ ਪਿਆਰ ਹੋਵੇ ਉਹ ਸਾਨੂੰ ਨਾ ਅਗਰ ਮਿਲੇ ਤਾਂ ਅਸੀਂ ਕਿੰਨਾ ਤੜਫਦੇ ਹਾਂ, ਕੁਝ ਵੀ ਕੋਸ਼ਿਸ਼ ਕਰਦੇ ਹਾਂ ਉਸ ਚੀਜ਼ ਨੂੰ ਹਾਸਿਲ ਕਰਨ ਲਈ। ਉਸੇ ਤਰ੍ਹਾਂ ਹੀ ਜਿਹੜੀ ਜੀਵ ਆਤਮਾ ਹੈ, ਜਿਹੜੀ ਆਪਣੇ ਪ੍ਰਭੂ ਤੋਂ ਵਿਛੜੀ ਹੋਈ ਹੈ, ਉਹ ਕੋਸ਼ਿਸ਼ ਕਰ ਰਹੀ ਹੈ ਉਸ ਨੂੰ ਮਿਲਣ ਦੀ। ਉਹ ਕਹਿ ਰਹੀ ਹੈ ਕਿ ਜਿਵੇਂ ਸੋਚ ਰਹੀ ਹੈ ਜਾਂ ਇਹ ਕਲਪਨਾ ਕਰ ਰਹੀ ਹੈ ਕਿ ਪ੍ਰਭੂ ਉਸਦੇ ਘਰ ਆਏ ਹਨ, ਜਾਂ ਉਸ ਪ੍ਰਭੂ ਦੀ ਕਿਸ ਤਰ੍ਹਾਂ ਉਹ ਮਹਿਮਾਨ ਨਵਾਜ਼ੀ ਜਾਂ ਕਿਸ ਤਰ੍ਹਾਂ ਖਾਤਰਦਾਰੀ ਕਰਦੀ ਹੈ, ਉਸ ਬਾਰੇ ਇਸ ਕਵਿਤਾ ਵਿੱਚ ਸਾਰਾ ਸ਼ਾਹ ਹੁਸੈਨ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ। ਇਹ ਕਾਫੀ ਹੈ, ਜੋ ਜਿਸ ਤਰ੍ਹਾਂ ਕਵਿਤਾ ਗਜ਼ਲ ਹੁੰਦੀ ਉਸੇ ਤਰ੍ਹਾਂ ਇਹ ਕਾਫੀ ਹੈ। ਫਿਰ ਅਗਲੇ ਵੀਡੀਓ 'ਚ ਸਮਝਾਵਾਂਗੀ ਕਿ ਕਾਫੀ ਐਕਚੁਅਲੀ 'ਚ ਹੁੰਦੀ ਕੀ ਹੈ। ਅੱਜ ਅਸੀਂ ਜੋ ਇਹ ਕਾਫੀ ਲਿਖੀ ਹੋਈ ਮਿਜਮਾਨੀ, ਅੱਜ ਉਸ ਦਾ ਅਧਿਐਨ ਕਰਾਂਗੇ। ਸੋ ਧਿਆਨ ਨਾਲ ਇਸ ਨੂੰ ਸਮਝਣਾ ਔਰ ਉਸ ਤੋਂ ਬਾਅਦ ਇਸ ਨੂੰ ਇੱਕ ਵਾਰੀ ਪੜ੍ਹਨਾ ਖੁਦ ਵੀ। ਸੋ ਪਹਿਲਾ ਪੈਰਾ ਹੈ, ਇਸ ਵਿੱਚ ਕੁੱਲ 3 ਪੈਰੇ ਹਨ। ਪਹਿਲਾ ਪੈਰਾ ਹੈ ਜਿਸ ਵਿੱਚ ਪਹਿਲੀ ਲਾਈਨ 'ਚ ਕਵੀ ਕਹਿ ਰਿਹਾ ਹੈ, ਮਿੱਤਰਾਂ ਦੀ ਮਿਜਮਾਨੀ ਖਾਤਰ ਦਿਲ ਦਾ ਲਹੂ ਛਾਣੀ ਦਾ। ਮਿੱਤਰ ਇੱਥੇ ਕਿਹਾ ਗਿਆ ਹੈ ਪਰਮਾਤਮਾ ਨੂੰ। ਮਿਜਮਾਨੀ ਦਾ ਕੀ ਅਰਥ ਹੈ? ਮਹਿਮਾਨ ਨਿਵਾਜ਼ੀ। ਕਿ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਖਾਤਰ ਦਿਲ ਦਾ ਲਹੂ ਛਾਣੀ ਦਾ, ਕਿ ਮੈਂ ਆਪਣੇ ਜਿਹੜਾ ਦਿਲ ਦਾ ਖੂਨ ਹੈ ਉਹ ਵੀ ਕੱਢ ਕੇ ਦੇਣ ਵਾਸਤੇ ਤਿਆਰ ਹਾਂ। ਕਿ ਹੇ ਪ੍ਰਭੂ, ਮੈਂ ਤੇਰੀ ਪ੍ਰਾਹੁਣਾਚਾਰੀ ਜਾਂ ਖਾਤਰਦਾਰੀ ਜਾਂ ਮਹਿਮਾਨ ਨਿਵਾਜ਼ੀ ਕਰਨ ਲਈ ਮੈਂ ਆਪਣੇ ਦਿਲ ਦਾ ਜਿਹੜਾ ਖੂਨ ਹੈ ਉਹ ਵੀ ਤੇਰੇ ਅੱਗੇ ਅਰਪਣ ਕਰਦੀ ਹਾਂ। ਕੱਢ ਕਲੇਜਾ ਕੀਤਮ ਬੇਰੇ। ਕੱਢ ਮਤਲਬ ਨਿਕਾਲਣਾ, ਕਲੇਜਾ ਮਤਲਬ ਸਾਡਾ ਦਿਲ ਦਾ ਟੁਕੜੇ ਟੁਕੜੇ ਕਰਨੇ। ਕੱਢ ਕਲੇਜਾ ਕੀਤਮ ਬੇਰੇ, ਕੀਤਮ ਮਤਲਬ ਕਰਨਾ ਔਰ ਬੇਰੇ ਮਤਲਬ ਟੁਕੜੇ ਟੁਕੜੇ ਕਰ ਦੇਣਾ। ਸੋ ਵੀ ਲਾਇਕ ਨਹੀਂ ਤੇਰੇ, ਯਾਨੀ ਕਿ ਇੱਥੇ ਕਵੀ ਕਹਿ ਰਿਹਾ ਹੈ ਕਿ ਹੇ ਪ੍ਰਭੂ, ਮੈਂ ਤੇਰੀ ਪ੍ਰਾਹੁਣਾਚਾਰੀ ਲਈ ਦਿਲ ਦਾ ਆਪਣਾ ਖੂਨ ਵੀ ਰੋੜਦੀ ਹਾਂ, ਕਲੇਜਾ ਕੱਢ ਕੇ ਤੇ ਟੁਕੜੇ ਟੁਕੜੇ ਕਰਕੇ ਤੇਰੇ ਅੱਗੇ ਪੇਸ਼ ਕਰਦੀ ਹਾਂ, ਪਰ ਇਹ ਚੀਜ਼ਾਂ ਸ਼ਾਇਦ ਤੇਰੀ ਹਸਤੀ ਦੇ ਲਾਇਕ ਨਹੀਂ ਹਨ। ਕੀ ਪਰਮਾਤਮਾ ਇਹ ਪਸੰਦ ਕਰੇਗਾ ਕਿ ਅਸੀਂ ਆਪਣਾ ਦਿਲ ਦਾ ਖੂਨ ਦੇ ਦਈਏ ਉਹਨੂੰ, ਜਾਂ ਅਸੀਂ ਆਪਣੇ ਕਲੇਜੇ ਦੇ ਟੁਕੜੇ ਟੁਕੜੇ ਕਰਕੇ ਦੇ ਦਈਏ ਤਾਂ ਪਰਮਾਤਮਾ ਸਾਨੂੰ ਮਿਲੇਗਾ? ਨਹੀਂ, ਇਸ ਤਰ੍ਹਾਂ ਨਹੀਂ ਪਰਮਾਤਮਾ ਮਿਲਦਾ। ਅੱਗੇ ਕਵੀ ਕਹਿ ਰਿਹਾ, ਹੋਰ ਤੌਫੀਕ ਨਹੀਂ ਕੁਛ ਮੇਰੇ। ਹੋਰ ਮਤਲਬ ਇਸ ਤੋਂ ਇਲਾਵਾ, ਤੌਫੀਕ ਮਤਲਬ ਮੇਰੀ ਵਿੱਤ ਜਾਂ ਸਮਰੱਥਾ ਤੋਂ ਬਾਹਰ ਹੈ, ਕਿ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਦੇਣ ਵਾਸਤੇ ਕੁਝ ਨਹੀਂ ਹੈ। ਕਿ ਮੈਂ ਆਪਣਾ ਦਿਲ ਦਾ ਖੂਨ ਵੀ ਦੇ ਦਿੱਤਾ, ਕਲੇਜੇ ਦੇ ਟੁਕੜੇ ਟੁਕੜੇ ਕਰਕੇ ਵੀ ਦੇ ਦਾਂ, ਅਗਰ ਤੇਰੀ ਹਸਤੀ ਦੇ ਲਾਇਕ ਇਹ ਵੀ ਨਹੀਂ ਤਾਂ ਤੂੰ ਇਹਨਾਂ ਨੂੰ ਵੀ ਕਬੂਲ ਨਹੀਂ ਕਰਦਾ, ਤਾਂ ਹੇ ਪ੍ਰਭੂ, ਮੇਰੇ ਕੋਲ ਤੇਰੀ ਪ੍ਰਾਹੁਣਾਚਾਰੀ ਹੈ, ਮਹਿਮਾਨ ਨਵਾਜ਼ੀ ਲਈ ਤੇਰੇ ਅੱਗੇ ਪੇਸ਼ ਕਰਨ ਲਈ ਹੋਰ ਕੁਝ ਵੀ ਨਹੀਂ ਹੈ, ਮੇਰੇ ਵਿੱਤ ਵਿੱਚ ਹੋਰ ਕੋਈ ਚੀਜ਼ ਨਹੀਂ ਹੈ। ਸੋ ਪੀਓ ਕਟੋਰਾ ਪਾਣੀ ਦਾ। ਇੱਥੇ ਪਾਣੀ ਕਿਹਾ ਗਿਆ ਹੈ ਆਂਸੂ ਜਾਂ ਹੰਝੂਆਂ ਨੂੰ, ਕਿ ਮੇਰੇ ਕੋਲ ਕੇਵਲ ਆਪਣੇ ਆਂਸੂਆਂ ਦਾ ਜਾਂ ਹੰਝੂਆਂ ਦਾ ਕਟੋਰਾ ਹੈ। ਸੋ ਤੁਸੀਂ ਇਸ ਨੂੰ ਹੀ ਕਬੂਲ ਕਰਕੇ ਪੀ ਲਓ ਕਿ ਮੈਂ ਆਪਣੇ ਦਿਲ ਦਾ ਖੂਨ ਵੀ ਦੇ ਦਿੱਤਾ, ਮੈਂ ਆਪਣੇ ਟੁਕੜੇ ਟੁਕੜੇ ਕਲੇਜੇ ਦੇ ਕਰਕੇ ਵੀ ਦੇ ਦਿੱਤੇ, ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੁਝ ਨਹੀਂ ਹੈ। ਤਾਂ ਸੋ ਤੁਸੀਂ ਫਿਰ ਇਸ ਲਈ ਮੇਰੇ ਆਂਸੂਆਂ ਦਾ ਜਿਹੜਾ ਕਟੋਰਾ ਹੈ ਉਹ ਹੀ ਪੀ ਲਓ। ਪਹਿਲੇ ਪੈਰੇ ਦੇ ਥੱਲੇ ਨਾਲ ਹੀ ਮੈਂ ਮੁਸ਼ਕਿਲ ਸ਼ਬਦਾਂ ਦੇ ਅਰਥ ਵੀ ਲਿਖ ਦਿੱਤੇ ਹਨ, ਜਿਵੇਂ ਮਿਜਮਾਨੀ ਦਾ ਅਰਥ ਹੈ ਖਾਤਰਦਾਰੀ, ਕੀਤਮ ਬੇਰੇ ਟੁਕੜੇ ਟੁਕੜੇ ਕਰਨਾ, ਤੌਫੀਕ ਵਿੱਤ ਜਾਂ ਸਮਰੱਥਾ, ਔਰ ਪਾਣੀ ਇੱਥੇ ਕਿਹਾ ਗਿਆ ਹੈ ਅਥਰੂ ਜਾਂ ਹੰਝੂ ਨੂੰ। ਫਿਰ ਅਗਲਾ ਪੈਰਾ ਹੈ ਜਿਸ ਵਿੱਚ ਕਵੀ ਕਹਿ ਰਿਹਾ ਹੈ, ਮਿੱਤਰਾਂ ਲਿਖ ਕਿਤਾਬਤ ਭੇਜੀ। ਇੱਥੇ ਮਿੱਤਰ ਕਿਹਾ ਗਿਆ ਹੈ ਪ੍ਰਭੂ ਨੂੰ, ਕਿ ਮਿੱਤਰਾਂ ਨੇ ਕੀ ਲਿਖ ਕੇ ਭੇਜਿਆ ਹੈ? ਕਿਤਾਬਤ। ਕਿਤਾਬਤ ਸ਼ਬਦ ਦਾ ਕੀ ਅਰਥ ਹੁੰਦਾ ਹੈ? ਚਿੱਠੀ। ਕਿ ਬਿਰਹਨ ਜਿਹੜੀ ਜੀਵ ਆਤਮਾ ਹੈ ਕਹਿ ਰਹੀ ਹੈ ਕਿ ਮੇਰੇ ਮਿੱਤਰ ਨੇ ਪਿਆਰ ਦੀ ਚਿੱਠੀ ਲਿਖ ਕੇ ਮੇਰੇ ਵੱਲ ਭੇਜੀ ਹੈ। ਲੱਗਾ ਬਾਣ ਫਿਰਾਂ ਤੜਫੇਂਦੀ। ਬਾਣ ਮਤਲਬ ਤੀਰ ਲੱਗਣਾ, ਕਿ ਜਿਉਂ ਹੀ ਮੇਰੇ ਪ੍ਰਭੂ ਦੀ ਲਿਖੀ ਹੋਈ ਚਿੱਠੀ ਮੇਰੇ ਕੋਲ ਪਹੁੰਚੀ ਹੈ, ਉਸ ਨੂੰ ਪੜ੍ਹ ਕੇ ਐਂ ਲੱਗਾ ਜਿਵੇਂ ਮੇਰੇ ਦਿਲ ਨੂੰ ਕੋਈ ਤੀਰ ਲੱਗ ਗਿਆ ਹੋਵੇ ਵੀ। ਤਨ ਵਿੱਚ ਤਾਕਤ ਰਹੀ ਨਾ ਮੂਲੇ। ਤਨ ਯਾਨੀ ਕਿ ਸਰੀਰ, ਕਿ ਉਸ ਨੂੰ ਪੜ੍ਹ ਕੇ ਮੇਰੇ ਸਰੀਰ ਵਿੱਚੋਂ ਐਂ ਲੱਗਾ ਜਿਵੇਂ ਤਾਕਤ ਸਾਰੀ ਹੀ ਖਤਮ ਹੋ ਗਈ ਹੈ।
रो रो हरफ पछाणी दे। हरफ हुंदे ने अखर, कि मैं ਜਦੋਂ ਇਨਸਾਨ ਕੋਈ ਰੋ ਰਿਹਾ ਹੋਵੇ, ਉਹਦੇ ਅਥਰੂ ਜਾਂ ਆਂਸੂ ਨਿਕਲ ਰਹੇ ਹੋਣ ਤਾਂ ਉਹਦੇ ਕੋਲ ਕੋਈ ਵੀ ਅਕਸ਼ਰ ਨਹੀਂ ਪੜ੍ਹੇ ਜਾਂਦੇ ਨਾ, ਧੁੰਦਲਾਪਨ ਅੱਖਾਂ ਅੱਗੇ ਆਉਂਦਾ ਹੈ। ਸੋ ਇਹ ਕਹਿ ਰਹੇ ਕਿ ਰੋ ਰੋ ਹਰਫ ਪਛਾਣੀ ਦੇ, ਕਿ ਮੈਂ ਪਿਆਰੇ ਦੇ ਵਿਛੋੜ ਵਿੱਚ ਮੇਰੇ ਜਿਹੜੇ ਸਰੀਰ ਵਿੱਚ ਤਾਕਤ ਵੀ ਨਹੀਂ ਰਹੀ, ਅਤੇ ਮੈਂ ਜਿਹੜੀ ਚਿੱਠੀ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਹਾਂ, ਆਂਸੂਆਂ ਕਰਕੇ ਮੇਰੇ ਕੋਲ ਚਿੱਠੀ ਜਿਹੜੀ ਹੈ ਉਹਦੇ ਸ਼ਬਦ ਜਿਹੜੇ ਹੈ ਸਹੀ ਤਰ੍ਹਾਂ ਨਾਲ ਪੜ੍ਹੇ ਵੀ ਨਹੀਂ ਜਾ ਰਹੇ। ਅਗਲਾ ਪੈਰਾ ਹੈ ਤਨ ਮਨ ਆਪਣਾ ਪੁਰਜੇ ਕੀਤਾ, कि मैं अपने तन ਅਤੇ मन ਦੇ ਟੁਕੜੇ ਟੁਕੜੇ ਕੀਤੇ। ਕਹਿ ਰਹੀ ਹੈ ਪ੍ਰਭੂ ਮੈਂ ਆਪਣੇ ਤਨ ਮਨ ਦੇ ਟੁਕੜੇ ਕਰਕੇ ਤੇਰੇ ਅੱਗੇ ਪੇਸ਼ ਕੀਤਾ ਹੈ। ਤੈਨੂੰ ਮਿਹਰ ਨਾ ਆਈ ਮੀਤਾ, ਪਰ हे ਪ੍ਰਭੂ ਤੈਨੂੰ ਫਿਰ ਵੀ ਮੇਰੇ ਉੱਤੇ ਤਰਸ ਨਹੀਂ ਆਇਆ। ਮਿਹਰ ਦਾ ਮਤਲਬ ਹੈ ਤਰਸ ਆ ਜਾਣਾ, ਕਿ ਤੈਨੂੰ ਮੇਰੇ ਉੱਤੇ ਕੋਈ ਤਰਸ ਨਹੀਂ ਆਇਆ, ਤੂੰ ਮੇਰੇ ਉੱਪਰ ਆਪਣੀ ਕੋਈ ਮਿਹਰ ਨਹੀਂ ਕਰ ਰਹੀ। ਅਸਾਂ ਨੂੰ ਹੋਰ ਉਜ਼ਰ ਨਾ ਕੋਈ, ਅਸਾਂ ਨੂੰ ਮਤਲਬ ਮੈਨੂੰ, ਉਜ਼ਰ ਦਾ ਮਤਲਬ ਹੁੰਦਾ ਹੈ ਇਤਰਾਜ਼ ਜਾਂ ਬੇਵਸੀ। ਚਾਰਾ ਕਿਆ ਨਿਮਾਣੀ ਦਾ, कवि कह रहा है कि हे परमात्मा मैं अपने तन मन के टुकड़े तेरे अगे करके पेश किए, पर फिर भी तेनों मेरे उपर कोई तरस नहीं आया, तो अपने उपर मेरे उपर अपनी कोई किरपा या मेहर नहीं की। मैनू तो तेरे भाणे अगे कोई इतराज़ नहीं। भाणे मतलब परमात्मा जो भी तू चाहे, यानी कि तेरा जो भी उज़र है, तेरा जो भी मन करे, तो जो चाहे कर सकता है। मेरा तेरे उपर कोई जोर नहीं है। मेरा निमाणी का की चारा है, तेरी मेहर तो बिना तेरा मिलाप हासिल नहीं हो सकता। कि ये प्रभु मैं जो सब कुछ कर रही हाँ ना, कि पहले मैं अपने दिल के टुकड़े भी किए, खून भी पिलाया, सब कुछ कर रही हाँ, ये सब कुछ क्यों करती पई है परमात्मा? तेनों मिलन लई, तेनों प्राप्त करन लई। मैं अपने हुण तन मन के भी टुकड़े कर दिते, पर तेनों फिर भी मेरे ते तरस आया। मैं फिर जो भी तू करेगा मैं उसके खिलाफ तो कुछ कर ही नहीं सकती, क्योंकि इंसान ना तो लड़ सकता है, परमात्मा ना तो नहीं लड़ सकता ना। तो कहता कि मेरा फिर इंसान, कवि कह रहा है कि मेरा की चारा है, मैं कुछ भी नहीं कर सकती, मेरा कंट्रोल चो बाहर है। कि तेरा मन होए तो तू मैनू मिलेगा, नहीं मन होएगा तो नहीं मिलेगा। अगे लास्ट पैरा है जिस विच फिर अगे कवि कह रहा है कहे हुसैन फकीर निमाणा। इस विच शाह हुसैन लिखते हैं कि हे प्रभु अगे कह रहे कि उसकी मेहर की प्राप्ति लिए मैं तरला करती हुई अपने आप को निमाणी कह रही हाँ, कि प्रभु का मैनू मिलाप हो जाए, प्रभु मिल जाए, इसलिए कवि अपने आप को निमाणा दसते कह रही है। तो कहे हुसैन फकीर निमाणा तै बाजो कोई होर ना जाना। तै मतलब तेरे, बाजो मतलब तेरे बिना, कि तेरे बिना मैं किसी को अपना नहीं समझती। मेरा सिर्फ तेरे नाल ही प्यार है, और तेरे बगैर मैं किसी होर को कोई समझती नहीं। तू ही दाना तू ही बीना। दाना तो भाव है सियाणा या समझदार, बीना तो भाव है जिहड़ा दूर दृष्टि समझदा होए, दूर दी आने वाले समय बारे सब कुछ जानता है, दूर अंदेशी। कह रहे कि तू ही दाना, तू खुद ही समझदार है, तू दूर अंदेशी भी है। तू है ताण निताणी, ताण मतलब सहारा, कि इस मेरा निताणी दा सहारा भी तू है। जे तेरा मन करेगा तो तू मैनू मिलेगा, जे तेरा मन नहीं होएगा तो तू मैनू नहीं मिलेगा। इस करके हे प्रभु तू किरपा करते मैनू अपनी मेहर नाल अपना मिलाप बख्श। सो मिजमानी कविता जिहड़ी है शाह हुसैन दी लिखी हुई है। यही एक काफ़ी है। काफ़ी विच इस विच कवि ने जीव आत्मा दे प्रभु तो विछोड़े नूं ते उसदे मन विच उसदे मिलाप लई जो पैदा हुई तड़फ है उसनूं पेश किया है। जो कवि है अपने प्रभु की प्राणाचारी है, मैं मान निवाजी लिए अपने दिल का खून भी डोल रही है, कलेजे के टुकड़े ककड़े करके पेश कर रही है, पर प्रभु का दिल फिर भी अगर नहीं पसीज रहा तो कह रही कि मैं होर कोई वस्तु तुहाडे अगे अर्पण नहीं कर सकती, सो मेरे आंसूआं दा तुसीं फिर कटोरा ही पी लो। फिर अगे वो कह रही है कि प्रभु ਤੁਹਾਡੀ चिट्ठी आने ते मेरा होल विहार जिहड़ा बेहाल हो गया है, मैनूं ऐ लगा जिवें मेरे दिल ते अग किसी ने तीर मार दिता होवे। तो इस करके हे प्रभु मेरे इस तरह लग रहा जिवें शरीर विच ताकत ही खत्म हो गई होवे। मैं अपना तन मन दे भी पुरजे तुहाडे अगे पेश कीते ने, पर तुहानूं मेरे उत्ते कोई किरपा नहीं आई। सो मेरा तुहाडे अगे कोई कंट्रोल या मेरा वस नहीं चल सकता, पर मैं तो सिर्फ तुहानूं ही अपना समझदी हाँ। सो हे प्रभु मैनूं अपनी किरपा, मेरे उत्ते अपनी किरपा कर अते मैनूं अपने दर्शन दे, अपने नाल मैनूं मिलाप, अपना नाल मैनूं मिलाप जिहड़ा है वो कर। सो उम्मीद कर रही हाँ बच्चों तुहानूं ये कविता जिहड़ी मेजमानी है चंगी तरह समझ आ गई होएगी। फिर भी जे कोई मुश्किल शब्द या कोई लाइन मुश्किल लगी या जो चीज़ नहीं आई तुसीं कमेंट बॉक्स विच लिख सकते हो, मैं उसका दोबारा तुहानूं अर्थ दस्सण दी पूरी कोशिश करांगी। सो धन्नवाद बेटा, अगों बच्चों अगों घर बैठ के अपना इसनूं होर चंगी तरह पढ़ो।